प्यारे विद्यार्थियों, मैं सुखबीर सिंह SS मास्टर सरकारी हाई स्कूल इब्बन ਅੱਜ ਆਪ ਜੀ ਨਾਲ ਜਮਾਤ 10ਵੀਂ ਦਾ ਪਾਠ ਤੀਸਰਾ ਜਲਵਾਯੂ ਵਿੱਚੋਂ ਭਾਰਤੀ ਮਾਨਸੂਨ ਪੌਣਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਾਂਗਾ। ਬੱਚੋ, ਆਓ ਅਸੀਂ ਪਾਠ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਭਾਰਤੀ ਮਾਨਸੂਨ ਪ੍ਰਣਾਲੀ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਮਾਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਮੌਸਮ ਸ਼ਬਦ ਤੋਂ ਹੋਇਆ ਹੈ। ਤੁਸੀਂ ਯਾਦ ਰੱਖਣਾ ਹੈ ਬੱਚਿਓ, ਮਾਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਮੌਸਮ ਸ਼ਬਦ ਤੋਂ ਹੋਇਆ ਹੈ, ਜਿਸ ਦਾ ਅਰਥ ਮੌਸਮ ਦੇ ਬਦਲਣ ਨਾਲ ਸਥਾਨਕ ਪੌਣ ਵਿੱਚ ਮਿਲਣ ਵਾਲੇ ਤੱਤ ਜਿਵੇਂ ਕਿ ਤਾਪਮਾਨ, ਨਮੀ, ਦਬਾਅ, ਪੌਣਾਂ ਦੀ ਦਿਸ਼ਾ ਆਦਿ ਵਿੱਚ ਹੋਣ ਵਾਲੇ ਬਦਲਾਵ ਤੋਂ ਹੈ। ਥੋੜੇ ਸਮੇਂ ਬਾਅਦ ਬਦਲਣ ਵਾਲੀਆਂ ਪੌਣਾਂ ਨੂੰ ਹੀ ਮੌਸਮੀ ਪੌਣਾਂ ਜਾਂ ਮਾਨਸੂਨ ਪੌਣਾਂ ਕਿਹਾ ਜਾਂਦਾ ਹੈ। ਤੁਸੀਂ ਬੱਚੋ ਇਸ ਗੱਲ ਨੂੰ ਯਾਦ ਰੱਖਣਾ ਹੈ, ਜਿਹੜੀ ਪੌਣ ਮੌਸਮ ਬਦਲਣ ਦੇ ਨਾਲ ਆਪਣੀ ਦਿਸ਼ਾ ਬਦਲ ਲੈਂਦੀ ਹੈ, ਉਸ ਨੂੰ ਅਸੀਂ ਮਾਨਸੂਨ ਪੌਣਾ ਕਹਿੰਦੇ ਹਾਂ। ਬੱਚਿਓ, ਇਹਨਾਂ ਮਾਨਸੂਨ ਪੌਣਾਂ ਦਾ ਜਨਮ ਜ਼ਮੀਨ ਅਤੇ ਸਮੁੰਦਰੀ ਖੇਤਰਾਂ ਦੇ ਤਾਪਮਾਨ ਵਿੱਚ ਤਬਦੀਲੀ ਕਾਰਨ ਹੁੰਦਾ ਹੈ। ਤਾਪਮਾਨ ਵੱਧ ਹੋਣ ਦੇ ਕਾਰਨ ਜ਼ਮੀਨੀ ਭਾਗ ਜਲਦੀ ਗਰਮ ਹੋ ਜਾਂਦਾ ਹੈ, ਜਿਸ ਨਾਲ ਉੱਥੇ ਘੱਟ ਵਾਯੂਦਾਬ ਦਾ ਖੇਤਰ ਬਣ ਜਾਂਦਾ ਹੈ। ਸਮੁੰਦਰੀ ਖੇਤਰ ਜੋ ਜਲਦੀ ਗਰਮ ਨਹੀਂ ਹੁੰਦਾ ਅਤੇ ਨਾ ਹੀ ਜਲਦੀ ਠੰਡਾ ਹੁੰਦਾ ਹੈ, ਉਹਨਾਂ ਖੇਤਰਾਂ ਤੋਂ ਹਵਾਵਾਂ ਘੱਟ ਦਾਬ ਵਾਲੇ ਖੇਤਰਾਂ ਵੱਲ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਇਹ ਤਾਪਮਾਨ ਦੀ ਤਬਦੀਲੀ ਦੇ ਕਾਰਨ ਹੀ ਇਹਨਾਂ ਪੌਣਾਂ ਦਾ ਜਨਮ ਹੁੰਦਾ ਹੈ। ਬੱਚਿਓ, ਇਹ ਮਾਨਸੂਨੀ ਪੌਣਾਂ ਕੁਝ ਸਮਾਂ ਥਲ ਤੋਂ ਜਲ ਵੱਲ ਅਤੇ ਕੁਝ ਸਮਾਂ ਜਲ ਤੋਂ ਥਲ ਵੱਲ ਵਗਦੀਆਂ ਹਨ। ਤਾਪਮਾਨ ਦੇ ਬਦਲਾਵ ਨਾਲ ਇਹਨਾਂ ਦੀ ਦਿਸ਼ਾ ਵਿੱਚ ਪਰਿਵਰਤਨ ਆ ਜਾਂਦਾ ਹੈ। ਇਹ ਪੌਣਾਂ ਸਮੁੰਦਰ ਦੇ ਉੱਪਰੋਂ ਨਮੀ ਲੈ ਕੇ ਭਾਰਤ ਤੱਕ ਆਉਂਦੀਆਂ ਹਨ ਅਤੇ ਵਰਖਾ ਕਰਦੀਆਂ ਹਨ। ਇਸ ਵਾਸਤੇ ਉੱਤਰੀ ਭਾਰਤ ਜਿਸ ਸਮੇਂ ਪੂਰਾ ਗਰਮ ਹੁੰਦਾ ਹੈ, ਉਸ ਸਮੇਂ ਸਮੁੰਦਰ ਦੇ ਇਲਾਕੇ ਠੰਡੇ ਹੁੰਦੇ ਹਨ ਅਤੇ ਜਿਸ ਸਮੇਂ ਭਾਰਤ ਦਾ ਥਲ ਭਾਗ ਠੰਡਾ ਹੁੰਦਾ ਹੈ, ਉਸ ਸਮੇਂ ਸਮੁੰਦਰ ਵਾਲੇ ਭਾਗ ਵਿੱਚ ਤਾਪਮਾਨ ਵੱਧ ਹੁੰਦਾ ਹੈ, ਕਿਉਂਕਿ ਸੂਰਜ ਉਸ ਸਮੇਂ ਮਕਰ ਰੇਖਾ ਦੇ ਉੱਪਰ ਚਮਕ ਰਿਹਾ ਹੁੰਦਾ ਹੈ, ਜੋ ਭਾਰਤ ਦੇ ਦੱਖਣ ਵਿੱਚ ਸਥਿਤ ਹੈ। ਬੱਚੋ, ਇਸ ਤਾਪਮਾਨ ਦੇ ਬਦਲਾਵ ਦੇ ਕਾਰਨ ਹਵਾ ਦੇ ਦਬਾਅ ਦੇ ਖੇਤਰ ਵੀ ਬਦਲੀ ਹੁੰਦੇ ਰਹਿੰਦੇ ਹਨ। ਗਰਮੀਆਂ ਵਿੱਚ ਭਾਰਤ ਵਿੱਚ ਲੋ ਪ੍ਰੈਸ਼ਰ ਭਾਵ ਘੱਟ ਦਾਬ ਦਾ ਖੇਤਰ ਬਣਦਾ ਹੈ। ਉਸ ਘੱਟ ਦਾਬ ਦੇ ਖੇਤਰ ਵੱਲ ਵੱਧ ਦਾਬ ਤੋਂ ਹਵਾਵਾਂ ਚੱਲਣਾ ਸ਼ੁਰੂ ਕਰਦੀਆਂ ਹਨ ਅਤੇ ਸਮੁੰਦਰ ਦੇ ਉੱਪਰੋਂ ਗੁਜ਼ਰਦੀਆਂ ਹੋਈਆਂ ਆਪਣੇ ਨਾਲ ਨਮੀ ਲੈ ਲੈਂਦੀਆਂ ਹਨ। ਇਸੇ ਤਰੀਕੇ ਨਾਲ ਜਦੋਂ ਸੂਰਜ ਮਕਰ ਰੇਖਾ ਉੱਪਰ ਚਮਕਦਾ ਹੈ, ਉਸ ਸਮੇਂ ਇਹ ਪੌਣਾਂ ਥਲ ਤੋਂ ਜਲ ਭਾਗ ਵੱਲ ਚਲਦੀਆਂ ਹਨ, ਭਾਵ ਤਾਪਮਾਨ ਘੱਟ ਹੋ ਜਾਣ ਦੇ ਕਾਰਨ ਥਲ ਭਾਗ ਵਿੱਚ ਵਾਯੂਦਾਬ ਵੱਧ ਹੁੰਦਾ ਹੈ ਅਤੇ ਦੱਖਣੀ ਭਾਗ ਵਿੱਚ ਉਸ ਸਮੇਂ ਹਵਾ ਦਾ ਦਬਾਅ ਘੱਟ ਹੁੰਦਾ ਹੈ। ਅਸੀਂ ਇਸ ਨੂੰ ਸੂਰਜ ਦੀ ਸਥਿਤੀ ਨਾਲ ਵੀ ਸਮਝ ਸਕਦੇ ਹਾਂ। ਗਰਮੀਆਂ ਵਿੱਚ ਸੂਰਜ ਕਰਕ ਰੇਖਾ ਦੇ ਉੱਪਰ ਸਿੱਧਾ ਚਮਕਦਾ ਹੈ, ਜੋ ਭਾਰਤ ਦੇ ਬਿਲਕੁਲ
ਵਿਚਕਾਰੋਂ ਗੁਜ਼ਰਦੀ ਹੈ। ਧਰਤੀ ਦੀ ਸਥਿਤੀ ਬਦਲੀ ਹੋਣ ਦੇ ਨਾਲ ਸੂਰਜ ਦੀ ਸਥਿਤੀ ਵੀ ਬਦਲ ਜਾਂਦੀ ਹੈ ਅਤੇ ਜਦੋਂ ਉੱਤਰੀ ਭਾਰਤ ਵਿੱਚ ਜਾਂ ਉੱਤਰੀ ਅਰਧਗੋਲੇ ਵਿੱਚ ਸਰਦੀਆਂ ਦਾ ਮੌਸਮ ਹੁੰਦਾ ਹੈ, ਉਸ ਸਮੇਂ ਸੂਰਜ ਮਕਰ ਰੇਖਾ ਦੇ ਉੱਪਰ ਭਾਵ ਦੱਖਣੀ ਗੋਲਾਰਧ ਵਿੱਚ ਚਮਕ ਰਿਹਾ ਹੁੰਦਾ ਹੈ। ਸੂਰਜ ਦੀ ਇਸ ਸਥਿਤੀ ਬਦਲਣ ਦੇ ਕਾਰਨ ਤਾਪਮਾਨ ਅਤੇ ਹਵਾ ਦੇ ਦਬਾਅ ਦੋਨਾਂ ਵਿੱਚ ਬਦਲਾਵ ਆਉਂਦਾ ਰਹਿੰਦਾ ਹੈ। ਜਿਸ ਸਮੇਂ ਸੂਰਜ ਕਰਕ ਰੇਖਾ ਉੱਪਰ ਚਮਕਦਾ ਹੈ, ਉਸ ਸਮੇਂ ਉੱਤਰੀ ਭਾਰਤ ਵਿੱਚ ਤਾਪਮਾਨ ਵੱਧ ਹੋਣ ਦੇ ਕਾਰਨ ਹਵਾ ਦਾ ਦਬਾਅ ਦਾ ਖੇਤਰ ਘੱਟ ਬਣ ਜਾਂਦਾ ਹੈ। ਇਸੇ ਤਰ੍ਹਾਂ ਜਿਸ ਸਮੇਂ ਸੂਰਜ ਮਕਰ ਰੇਖਾ ਉੱਪਰ ਚਮਕ ਰਿਹਾ ਹੁੰਦਾ ਹੈ, ਉਸ ਸਮੇਂ ਦੱਖਣੀ ਅਰਧਗੋਲੇ ਵਿੱਚ ਵੱਧ ਤਾਪਮਾਨ ਦੇ ਕਾਰਨ ਹਵਾ ਦਾ ਘੱਟ ਦਾਬ ਦਾ ਖੇਤਰ ਉਸ ਤਰਫ ਬਣ ਜਾਂਦਾ ਹੈ ਅਤੇ ਪੌਣਾ ਦੀ ਦਿਸ਼ਾ ਬਦਲ ਜਾਂਦੀ ਹੈ। ਇਹ ਸਥਿਤੀ ਤਾਪਮਾਨ ਅਤੇ ਹਵਾ ਦੇ ਦਬਾਅ ਦੇ ਕਾਰਨ ਮਾਨਸੂਨੀ ਪੌਣਾ ਦੀ ਦਿਸ਼ਾ ਵਿੱਚ ਬਦਲਾਵ ਕਰਦੀ ਰਹਿੰਦੀ ਹੈ। ਜਿਸ ਸਮੇਂ ਸੂਰਜ ਭੂਮੱਧ ਰੇਖਾ ਦੇ ਉੱਪਰ ਸਿੱਧਾ ਚਮਕ ਰਿਹਾ ਹੁੰਦਾ ਹੈ, ਉਸ ਸਮੇਂ ਉੱਤਰੀ ਅਰਧਗੋਲੇ ਵਿੱਚੋਂ ਅਤੇ ਦੱਖਣੀ ਅਰਧਗੋਲੇ ਵਿੱਚੋਂ ਘੱਟ ਦਾਬ ਦੇ ਖੇਤਰ ਨੂੰ ਪੂਰਾ ਕਰਨ ਲਈ ਹਵਾਵਾਂ ਲਗਾਤਾਰ ਚੱਲਦੀਆਂ ਹਨ, ਜਿਸ ਨਾਲ ਇਸ ਖੇਤਰ ਦੇ ਵਿੱਚ ਘੱਟ ਪ੍ਰੈਸ਼ਰ ਦੀ ਭਾਵ ਘੱਟ ਵਾਯੂ ਦਾਬ ਦੀ ਇੱਕ ਪੇਟੀ ਦਾ ਨਿਰਮਾਣ ਹੁੰਦਾ ਹੈ, ਜਿਸ ਨੂੰ ITCZ ਇੰਟਰ ਟ੍ਰੋਪੀਕਲ ਕਨਵਰਜ਼ਨ ਜ਼ੋਨ ਕਿਹਾ ਜਾਂਦਾ ਹੈ। ਇਹ ITCZ ਮੌਸਮ ਦੇ ਅਨੁਸਾਰ ਭਾਵ ਉੱਤਰੀ ਅਰਧਗੋਲੇ ਵਿੱਚ ਜਿਸ ਸਮੇਂ ਵਾਯੂ ਦਾਬ ਘੱਟ ਹੁੰਦਾ ਹੈ, ਉਸ ਸਮੇਂ ਉੱਤਰੀ ਅਰਧਗੋਲੇ ਵੱਲ ਅਤੇ ਜਿਸ ਸਮੇਂ ਦੱਖਣੀ ਅਰਧਗੋਲੇ ਵਿੱਚ ਤਾਪਮਾਨ ਵੱਧ ਹੁੰਦਾ ਹੈ ਅਤੇ ਵਾਯੂ ਦਾਬ ਘੱਟ ਹੁੰਦਾ ਹੈ, ਇਹ ਦੱਖਣੀ ਅਰਧਗੋਲੇ ਵੱਲ ਖਿਸਕ ਜਾਂਦੀ ਹੈ। ਇਸ ITCZ ਦੇ ਖਿਸਕਣ ਦੇ ਨਾਲ ਵੀ ਮਾਨਸੂਨ ਪੌਣਾ ਭਾਰਤ ਵੱਲ ਆਕਰਸ਼ਿਤ ਹੁੰਦੀਆਂ ਹਨ। ਗਰਮੀਆਂ ਵਿੱਚ ਇਹ ITCZ ਘੱਟ ਹਵਾ ਦੇ ਦਾਬ ਦੀ ਪੱਟੀ ਭਾਰਤ ਦੇ ਉੱਪਰਲੇ ਹਿੱਸਿਆਂ ਤੱਕ ਖਿਸਕ ਜਾਂਦੀ ਹੈ, ਜਿਸ ਨਾਲ ਦੱਖਣੀ ਗੋਲਾਰਧ ਵਿੱਚੋਂ ਵੱਧ ਵਾਯੂ ਦਾਬ ਦੇ ਖੇਤਰਾਂ ਤੋਂ ਹਵਾਵਾਂ ਘੱਟ ਵਾਯੂ ਦਾਬ ਦੇ ਖੇਤਰਾਂ ਵੱਲ ਚੱਲਣਾ ਸ਼ੁਰੂ ਕਰਦੀਆਂ ਹਨ ਅਤੇ ਸਮੁੰਦਰ ਦੇ ਉੱਪਰੋਂ ਗੁਜ਼ਰਦੀਆਂ ਹੋਈਆਂ ਆਪਣੇ ਨਾਲ ਨਮੀ ਲੈ ਕੇ ਭਾਰਤ ਤੱਕ ਪਹੁੰਚਦੀਆਂ ਹਨ ਅਤੇ ਵਰਖਾ ਕਰਦੀਆਂ ਹਨ। ਇਸ ਦੇ ਨਾਲ ਭੂਮੱਧ ਰੇਖਾ ਉੱਪਰ ਮਿਲਣ ਵਾਲੀ ਘੱਟ ਵਾਯੂ ਦਾਬ ਦੀ ਪੇਟੀ ਗਰਮੀਆਂ ਵਿੱਚ ਉੱਤਰੀ ਅਰਧਗੋਲੇ ਵਿੱਚ ਕਰਕ ਰੇਖਾ ਵੱਲ ਸਰਕ ਜਾਂਦੀ ਹੈ। ਇਸ ਘੱਟ ਦਾਬ ਦੀ ਪੱਟੀ ਨੂੰ ਅੰਤਰ ਊਸ਼ਨ ਸੁਮੇਲ ਖੰਡ ITCZ ਭਾਵ ਇੰਟਰ ਟ੍ਰੋਪੀਕਲ ਕਨਵਰਜ਼ਨ ਜ਼ੋਨ ਕਿਹਾ ਜਾਂਦਾ ਹੈ। ਬੱਚਿਓ, ITCZ ਦੇ ਬਣੇ ਘੱਟ ਦਾਬ ਦੇ ਖੇਤਰ ਭਰਨ ਵਾਸਤੇ ਦੱਖਣ ਪੂਰਬੀ ਵਪਾਰਕ ਪੌਣਾ ਭੂਮੱਧ ਰੇਖਾ ਨੂੰ ਪਾਰ ਕਰਕੇ ਧਰਤੀ ਦੀ ਦੈਨਿਕ ਗਤੀ ਦੇ ਕਾਰਨ ਘੜੀ ਦੀ ਸੂਈਆਂ ਅਨੁਸਾਰ ਦੱਖਣ ਪੱਛਮ ਤੋਂ ਉੱਤਰ ਪੂਰਬ ਦਿਸ਼ਾ ਵੱਲ ਨੂੰ ਚੱਲਣਾ ਸ਼ੁਰੂ ਕਰ ਦਿੰਦੀਆਂ ਹਨ। ਹਿੰਦ ਮਹਾਸਾਗਰ ਅਤੇ ਅਰਬ ਸਾਗਰ ਨੂੰ ਪਾਰ ਕਰਕੇ 1 ਜੂਨ ਨੂੰ ਇਹ ਦੇਸ਼ ਦੇ ਪੱਛਮੀ ਤੱਟ ਤੇ ਪਹੁੰਚ ਕੇ ਬਹੁਤ ਜ਼ੋਰ ਨਾਲ ਵਰਖਾ ਕਰਦੀਆਂ ਹਨ, ਜਿਸ ਨੂੰ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਬੱਚੋ, 1 ਜੂਨ ਤੋਂ ਪਹਿਲਾਂ ਵੀ ਕੇਰਲ ਦੇ ਤੱਟ ਦੇ ਆਲੇ ਦੁਆਲੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਮੁੰਦਰੀ ਹਵਾਵਾਂ ਪੱਛਮੀ ਤੱਟ ਨੂੰ ਪਾਰ ਕਰਕੇ ਹਲਕੀ ਵਰਖਾ ਕਰਦੀਆਂ ਹਨ। ਇਹਨਾਂ ਨੂੰ ਪੂਰਵ ਮਾਨਸੂਨ ਵਰਖਾ ਕਿਹਾ ਜਾਂਦਾ ਹੈ। ਅਸੀਂ ਇਹਨਾਂ ਨੂੰ ਫੁੱਲਾਂ ਦੀ ਵਰਖਾ,
ਅਤੇ ਅੰਬਾਂ ਦੇ ਵਾਛੜ ਦੇ ਨਾਮ ਨਾਲ ਵੀ ਜਾਣਦੇ ਹਾਂ। ਜੂਨ ਤੋਂ ਲੈ ਕੇ ਸਤੰਬਰ ਤੱਕ ਇਹ ਮਾਨਸੂਨ ਪੌਣਾ ਸਾਰੇ ਦੇਸ਼ ਵਿੱਚ ਵਰਖਾ ਕਰਦੀਆਂ ਹਨ। ਸਰਦੀਆਂ ਵਿੱਚ ਤਮਿਲਨਾਡੂ ਵਿੱਚ ਬਹੁਤ ਸਾਰੀ ਵਰਖਾ ਵਾਪਸ ਮੁੜਦੀਆਂ ਹੋਈਆਂ ਮਾਨਸੂਨ ਪੌਣਾ ਰਾਹੀਂ ਹੁੰਦੀ ਹੈ। ਬੱਚੋ, ਪੱਛਮੀ ਘਾਟ ਦਾ ਪੱਛਮੀ ਇਲਾਕਾ ਵਰਖਾ ਓਹਲਾ ਪਾਸਾ ਹੋਣ ਦੇ ਕਾਰਨ ਮਾਨਸੂਨ ਪੌਣਾ ਦੁਆਰਾ ਘੱਟ ਵਰਖਾ ਪ੍ਰਾਪਤ ਕਰਦਾ ਹੈ। ਜਿਸ ਸਮੇਂ ਮੌਸਮ ਬਦਲਦਾ ਹੈ ਅਤੇ ਇਹਨਾਂ ਪੌਣਾਂ ਦੀ ਦਿਸ਼ਾ ਬਦਲਦੀ ਹੈ, ਉਸ ਸਮੇਂ ਵਾਪਸ ਮੁੜਦੀਆਂ ਇਹ ਮਾਨਸੂਨ ਪੌਣਾਂ ਬੰਗਾਲ ਦੀ ਖਾੜੀ ਦੇ ਉੱਪਰੋਂ ਗੁਜ਼ਰਦੀਆਂ ਹੋਈਆਂ ਨਮੀ ਧਾਰਨ ਕਰ ਲੈਂਦੀਆਂ ਹਨ ਅਤੇ ਦੱਖਣੀ ਭਾਰਤ ਦੇ ਤਮਿਲਨਾਡੂ ਦੇ ਇਲਾਕਿਆਂ ਵਿੱਚ ਭਾਰੀ ਵਰਖਾ ਕਰਦੀਆਂ ਹਨ। ਸਰਦੀਆਂ ਵਿੱਚ ਵਾਪਸ ਮੁੜਦੀਆਂ ਹੋਈਆਂ ਮਾਨਸੂਨ ਪੌਣਾਂ ਰਾਹੀਂ ਤਮਿਲਨਾਡੂ ਵਾਲਾ ਇਲਾਕਾ ਵਰਖਾ ਪ੍ਰਾਪਤ ਕਰਦਾ ਹੈ। ਭਾਰਤ ਵਿੱਚ ਮਾਨਸੂਨ ਪੌਣਾਂ ਦੇ ਆਉਣ ਦਾ ਕਾਰਨ ਵਾਯੂਮੰਡਲ ਵਿੱਚ ਹੋਣ ਵਾਲੇ ਸੰਚਾਰੀ ਚੱਕਰਾਂ ਦੇ ਬਦਲਾਵ ਵੀ ਹਨ। ਜੈਟ ਸਟ੍ਰੀਮ ਇਸ ਵਿੱਚ ਬਹੁਤ ਵੱਡਾ ਯੋਗਦਾਨ ਦਿੰਦੀ ਹੈ, ਜਿਸ ਦੇ ਸਥਿਤੀ ਬਦਲਾਵ ਦੇ ਕਾਰਨ ਮਾਨਸੂਨ ਪੌਣਾਂ ਭਾਰਤ ਦੇ ਉੱਤਰ ਪੱਛਮੀ ਹਿੱਸਿਆਂ ਤੱਕ ਪਹੁੰਚਦੀਆਂ ਹਨ। ਬੱਚਿਓ, ਭਾਰਤ ਦੇ ਉੱਪਰਲੇ ਹਿੱਸੇ ਵਿੱਚ ਜੈਟ ਸਟ੍ਰੀਮ ਗਰਮੀਆਂ ਵਿੱਚ ਆਪਣੇ ਉੱਤਰ ਵੱਲ ਖਿਸਕ ਜਾਂਦੀ ਹੈ, ਜਿਸ ਨਾਲ ਇਹਨਾਂ ਖੇਤਰਾਂ ਵਿੱਚ ਘੱਟ ਦਬਾਅ ਦਾ ਖੇਤਰ ਬਣਦਾ ਹੈ, ਜਿਸ ਨਾਲ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਭਾਰਤ ਦੇ ਇਹਨਾਂ ਇਲਾਕਿਆਂ ਵੱਲ ਵਧਣਾ ਸ਼ੁਰੂ ਕਰਦੀਆਂ ਹਨ। ਇਸ ਦੇ ਨਾਲ ਸ਼ਾਂਤ ਮਹਾਸਾਗਰ ਦੇ ਕੰਢੇ ਤੇ ਸਥਿਤ ਚਿਲੀ ਦੇਸ਼ ਦੇ ਤੱਟ ਦੇ ਨੇੜੇ ਵਹਿਣ ਵਾਲੀ ਅਲ ਨੀਨੋ ਨਾਮ ਦੀ ਸਮੁੰਦਰੀ ਧਾਰਾ ਵੀ ਮਾਨਸੂਨ ਦੇ ਭਾਰਤ ਵਿੱਚ ਆਉਣ ਦੇ ਸਮੇਂ ਨੂੰ ਕਈ ਵਾਰ ਨਿਰਧਾਰਿਤ ਕਰਦੀ ਹੈ। ਇਹ ਖੇਤਰ ਘੱਟ ਦਾਬ ਦਾ ਬਣ ਜਾਣ ਦੇ ਕਾਰਨ ਮਾਨਸੂਨ ਪੌਣਾਂ ਦੀ ਦਿਸ਼ਾ ਇਸ ਨਾਲ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਮਾਨਸੂਨ ਪੌਣਾਂ ਦੇਰੀ ਨਾਲ ਭਾਰਤ ਵਿੱਚ ਪਹੁੰਚਦੀਆਂ ਹਨ। ਬੱਚੋ, ਜੇਕਰ ਅਸੀਂ ਮਾਨਸੂਨੀ ਵਰਖਾ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤੇ ਇਸ ਵਿੱਚ ਵਰਖਾ ਦੀ ਰੁੱਤ ਅਤੇ ਮਾਤਰਾ ਵਿੱਚ ਸਾਨੂੰ ਭਿੰਨਤਾ ਦੇਖਣ ਵਿੱਚ ਮਿਲਦੀ ਹੈ। ਭਾਰਤ ਦੀ ਵਧੇਰੇ ਵਰਖਾ ਮਾਰਚ ਤੋਂ ਸਤੰਬਰ ਤੱਕ ਹੁੰਦੀ ਹੈ, ਜੋ ਕੁੱਲ ਵਰਖਾ ਦਾ 87% ਹਿੱਸਾ ਹੈ। ਇਸ ਤੋਂ ਇਲਾਵਾ ਵਾਪਸ ਮੁੜਦੀਆਂ ਮਾਨਸੂਨ ਪੌਣਾਂ ਅਤੇ ਚੱਕਰਵਾਤਾਂ ਰਾਹੀਂ ਵੀ ਭਾਰਤ ਦੇ ਹਿੱਸੇ 13% ਵਰਖਾ ਪ੍ਰਾਪਤ ਕਰਦੇ ਹਨ। ਬੱਚੋ, ਇੱਕ ਗੱਲ ਹੋਰ ਯਾਦ ਰੱਖਣੀ ਹੈ, ਇਸ 87% ਦੇ ਵਿੱਚ ਬਰਸਾਤ ਦੀ ਰੁੱਤ ਵਿੱਚ 74% ਵਰਖਾ ਭਾਰਤ ਵੱਲੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦੇ ਨਾਲ ਜੇਕਰ ਅਸੀਂ ਮਾਨਸੂਨੀ ਵਰਖਾ ਦੀ ਦੂਸਰੀ ਵਿਸ਼ੇਸ਼ਤਾ ਦੀ ਗੱਲ ਕਰਦੇ ਹਾਂ ਤੇ ਉਹ ਮਾਨਸੂਨ ਦੀ ਅਸਥਿਰਤਾ ਹੈ। ਭਾਰਤ ਵਿੱਚ ਮਾਨਸੂਨ ਪੌਣਾਂ ਦੀ ਵਰਖਾ ਹਰ ਸਾਲ ਇਕਸਾਰ ਨਹੀਂ ਰਹਿੰਦੀ। ਕਦੀ ਇਹ ਵੱਧ ਹੋ ਜਾਂਦੀ ਹੈ, ਜਿਸ ਨਾਲ ਹੜ੍ਹ ਆ ਜਾਂਦੇ ਹਨ, ਅਤੇ ਕਦੀ ਬਹੁਤ ਘੱਟ ਹੁੰਦੀ ਹੈ, ਜਿਸ ਨਾਲ ਕਈ ਖੇਤਰਾਂ ਵਿੱਚ ਸੋਕਾ ਪੈ ਜਾਂਦਾ ਹੈ। ਭਾਰਤ ਵਿੱਚ ਮਾਨਸੂਨ ਅਸਥਿਰ ਰਹਿੰਦਾ ਹੈ। ਇਸ ਦੇ ਨਾਲ ਭਾਰਤ ਵਿੱਚ ਮਾਨਸੂਨ ਦੀ ਵੰਡ ਵੀ ਇਕਸਾਰ ਨਹੀਂ ਹੈ। ਆਸਮਾਨ ਵੰਡ ਦੇ ਕਾਰਨ ਭਾਰਤ ਦੇ ਕਿਸੇ ਇਲਾਕਿਆਂ ਵਿੱਚ ਵਰਖਾ
ਵੱਧ ਹੁੰਦੀ ਹੈ ਅਤੇ ਕਿਸੇ ਇਲਾਕਿਆਂ ਵਿੱਚ ਘੱਟ ਹੁੰਦੀ ਹੈ। ਪੂਰਬੀ ਭਾਰਤ ਦਾ ਮੇਘਾਲਿਆ ਦੁਨੀਆ ਦੀ ਸਭ ਤੋਂ ਵੱਧ ਵਰਖਾ ਪ੍ਰਾਪਤ ਕਰਨ ਵਾਲੇ ਖੇਤਰਾਂ ਵਿੱਚੋਂ ਹੈ ਅਤੇ ਇਸ ਦੇ ਨਾਲ ਹੀ ਪੱਛਮ ਵਿੱਚ ਰਾਜਸਥਾਨ ਬਹੁਤ ਘੱਟ ਵਰਖਾ ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਸਾਰੇ ਭਾਰਤ ਵਿੱਚ ਵਰਖਾ ਦੀ ਵੰਡ ਵੀ ਇੱਕ ਸਮਾਨ ਨਹੀਂ ਦੇਖਣ ਵਾਸਤੇ ਮਿਲਦੀ। ਇਸ ਤੋਂ ਇਲਾਵਾ ਬੱਚੋ, ਮਾਨਸੂਨੀ ਵਰਖਾ ਵਿੱਚ ਖੁਸ਼ਕ ਅੰਤਰਾਲ ਵੀ ਮਿਲਦੇ ਹਨ। ਖੁਸ਼ਕ ਅੰਤਰਾਲ ਤੋਂ ਭਾਵ ਕੁਝ ਦਿਨ ਵਰਖਾ ਲਗਾਤਾਰ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਕੁਝ ਸਮਾਂ ਬਿਲਕੁਲ ਵਰਖਾ ਨਹੀਂ ਹੁੰਦੀ ਹੈ। ਕਈ ਵਾਰ ਇਹ ਖੁਸ਼ਕ ਅੰਤਰਾਲ ਕਾਫੀ ਲੰਬਾ ਹੋ ਜਾਂਦਾ ਹੈ, ਜਿਸ ਨੂੰ ਮਾਨਸੂਨੀ ਰੁਕਾਵਟ ਕਿਹਾ ਜਾਂਦਾ ਹੈ। ਇਸ ਮਾਨਸੂਨੀ ਰੁਕਾਵਟ ਦਾ ਕਾਰਨ ਬੰਗਾਲ ਦੀ ਖਾੜੀ ਦੇ ਵਿੱਚ ਉੱਠਣ ਵਾਲੇ ਚੱਕਰਵਾਤ ਹਨ। ਬੱਚਿਓ, ਇਸ ਤੋਂ ਇਲਾਵਾ ਮਾਨਸੂਨੀ ਵਰਖਾ ਪਰਬਤੀ ਵਰਖਾ ਦੀ ਕਿਸਮ ਹੈ। ਪਰਬਤੀ ਵਰਖਾ ਵਿੱਚ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਸਮੁੰਦਰ ਨੂੰ ਪਾਰ ਕਰਦੀਆਂ ਹੋਈਆਂ ਥਲ ਵੱਲ ਵਧਦੀਆਂ ਹਨ। ਥਲ ਕੋਲ ਪਹੁੰਚ ਕੇ ਕਿਸੇ ਰੁਕਾਵਟ ਦੇ ਕਾਰਨ ਇਹ ਪੌਣਾਂ ਰੁਕ ਜਾਂਦੀਆਂ ਹਨ ਅਤੇ ਉਸ ਰੁਕਾਵਟ ਨੂੰ ਪਾਰ ਕਰਨ ਲਈ ਉੱਪਰ ਉੱਠਣਾ ਸ਼ੁਰੂ ਕਰ ਦਿੰਦੀਆਂ ਹਨ। ਉੱਪਰ ਉੱਠਦੇ ਹੋਏ ਇਹ ਠੰਡੀਆਂ ਹੋ ਜਾਂਦੀਆਂ ਹਨ ਅਤੇ ਸੰਘਣਨ ਦੀ ਪ੍ਰਕਿਰਿਆ ਕਾਰਨ ਇਹ ਆਪਣੇ ਪਰਬਤ ਦੇ ਜਾਂ ਰੁਕਾਵਟ ਦੇ ਸਾਹਮਣੇ ਵਾਲੇ ਪਾਸੇ ਵਧੇਰੇ ਵਰਖਾ ਕਰਦੀਆਂ ਹਨ। ਇਸ ਨੂੰ ਪੌਣ ਮੁਖੀ ਪਾਸਾ ਕਿਹਾ ਜਾਂਦਾ ਹੈ, ਜੋ ਇਹਨਾਂ ਪੌਣਾਂ ਦੇ ਸਾਹਮਣੇ ਹੁੰਦਾ ਹੈ। ਉਹਨਾਂ ਢਲਾਣਾਂ ਦੇ ਉੱਪਰ ਜ਼ਿਆਦਾ ਵਰਖਾ ਹੁੰਦੀ ਹੈ। ਜਦੋਂ ਇਹ ਪੌਣਾਂ ਇਸ ਰੁਕਾਵਟ ਨੂੰ ਪਾਰ ਕਰਦੀਆਂ ਹਨ ਤੇ ਉਸ ਦੇ ਦੂਸਰੇ ਪਾਸੇ ਵਰਖਾ ਬਹੁਤ ਘੱਟ ਹੁੰਦੀ ਹੈ, ਕਿਉਂਕਿ ਇਹਨਾਂ ਵਿੱਚ ਨਮੀ ਦੀ ਮਾਤਰਾ ਘਟ ਜਾਂਦੀ ਹੈ। ਇਸ ਕਾਰਨ ਉਸ ਖੇਤਰ ਨੂੰ ਪੌਣ ਵਿਮੁਖੀ ਢਲਾਣ ਵਾਲਾ ਪਾਸਾ ਕਹਿ ਲਿਆ ਜਾਂਦਾ ਹੈ, ਜੋ ਖੁਸ਼ਕ ਰਹਿ ਜਾਂਦਾ ਹੈ। ਇਹ ਮਾਨਸੂਨੀ ਵਰਖਾ ਇਸੇ ਪਰਬਤੀ ਵਰਖਾ ਦੀ ਕਿਸਮ ਹੈ। ਭਾਰਤ ਵਿੱਚ ਜਿਸ ਸਮੇਂ 1 ਜੂਨ ਨੂੰ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਕੇਰਲ ਦੇ ਤੱਟ ਤੇ ਪਹੁੰਚਦੀਆਂ ਹਨ ਤੇ ਪੱਛਮੀ ਘਾਟ ਉਹਨਾਂ ਨੂੰ ਰੋਕ ਕੇ ਵਰਖਾ ਪ੍ਰਾਪਤ ਕਰਦਾ ਹੈ। ਪੱਛਮੀ ਘਾਟ ਦਾ ਪੱਛਮ ਵਾਲਾ ਪਾਸਾ ਵਧੇਰੇ ਵਰਖਾ ਪ੍ਰਾਪਤ ਕਰਦਾ ਹੈ, ਜੋ ਪੌਣਮੁਖੀ ਪਾਸਾ ਹੈ, ਅਤੇ ਉਸ ਦੇ ਉਲਟ ਦੂਸਰਾ ਪਾਸਾ ਪੌਣ ਵਿਮੁਖੀ ਪਾਸਾ ਹੈ, ਜਿੱਥੇ ਵਰਖਾ ਘੱਟ ਹੁੰਦੀ ਹੈ। ਬੱਚੋ, ਇਸ ਤੋਂ ਇਲਾਵਾ ਇਹ ਵਰਖਾ ਮੋਹਲੇਦਾਰ ਵਰਖਾ ਵੀ ਹੈ। ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਮਾਨਸੂਨੀ ਵਰਖਾ ਕਈ ਵਾਰ ਕਈ ਦਿਨ ਤੱਕ ਅਤੇ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ। ਜਿਸ ਕਾਰਨ ਇਹ ਵੀ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਵਰਖਾ ਗਿਰਦੀ ਹੈ, ਪੈਂਦੀ ਨਹੀਂ। ਕੁਝ ਹਿੱਸਿਆਂ ਵਿੱਚ ਬਹੁਤ ਤੇਜ਼ ਵਰਖਾ ਹੁੰਦੀ ਹੈ ਅਤੇ ਲਗਾਤਾਰ ਕਈ ਦਿਨ ਤੱਕ ਹੁੰਦੀ ਰਹਿੰਦੀ ਹੈ। ਇਸ ਕਾਰਨ ਮਾਨਸੂਨ ਦੀ ਵਿਸ਼ੇਸ਼ਤਾ ਵਿੱਚ ਅਸੀਂ ਇਸ ਨੂੰ ਮੋਹਲੇਦਾਰ ਵਰਖਾ ਵੀ ਕਹਿੰਦੇ ਹਾਂ। ਬੱਚੋ, ਜੋ ਅਸੀਂ ਮਾਨਸੂਨ ਦੀ ਵਿਸ਼ੇਸ਼ਤਾਵਾਂ ਬਾਰੇ ਪੜ੍ਹਿਆ ਹੈ, ਆਓ ਉਸ ਬਾਰੇ ਜਾਣਕਾਰੀ ਹਾਸਿਲ ਕੀਤੀ ਹੈ। ਉਸ ਜਾਣਕਾਰੀ ਦੀ ਆਪਾਂ ਹੁਣ ਦੁਹਰਾਈ ਕਰਦੇ ਹਾਂ। ਪਹਿਲਾ ਪ੍ਰਸ਼ਨ ਦੇਖੋ, ਮਾਨਸੂਨੀ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਹੈ?
ਮਾਨਸੂਨ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ ਹੈ? ਆਪਸ਼ਨਸ ਦੇਖੋ, ਅਰਬੀ ਭਾਸ਼ਾ, ਫਾਰਸੀ ਭਾਸ਼ਾ, ਅੰਗਰੇਜ਼ੀ ਭਾਸ਼ਾ ਜਾਂ ਪੰਜਾਬੀ ਭਾਸ਼ਾ। ਹਾਂਜੀ ਬੱਚੋ, ਇਸ ਦਾ ਉੱਤਰ ਅਰਬੀ ਭਾਸ਼ਾ ਹੈ। ਮਾਨਸੂਨ ਸ਼ਬਦ ਦੀ ਉਤਪਤੀ ਅਰਬੀ ਭਾਸ਼ਾ ਦੇ ਸ਼ਬਦ ਤੋਂ ਹੋਈ ਹੈ। ਦੂਸਰੇ ਪ੍ਰਸ਼ਨ ਤੇ ਚੱਲਦੇ ਹਾਂ। ਥੋੜੇ ਸਮੇਂ ਬਾਅਦ ਆਪਣੀ ਦਿਸ਼ਾ ਬਦਲਣ ਵਾਲੀਆਂ ਪੌਣਾਂ ਨੂੰ ਕੀ ਕਿਹਾ ਜਾਂਦਾ ਹੈ? ਪਹਿਲੀ ਆਪਸ਼ਨ ਸਥਾਈ ਪੌਣਾ, ਧਰੁਵੀ ਪੌਣਾ, ਮਾਨਸੂਨ ਪੌਣਾ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਹਾਂਜੀ, ਥੋੜੇ ਸਮੇਂ ਬਾਅਦ ਆਪਣੀ ਦਿਸ਼ਾ ਬਦਲਣ ਵਾਲੀ ਪੌਣ ਨੂੰ ਅਸੀਂ ਮਾਨਸੂਨ ਪੌਣਾ ਕਹਿੰਦੇ ਹਾਂ। ਅਗਲਾ ਪ੍ਰਸ਼ਨ ਦੇਖਦੇ ਹਾਂ। ITCZ ਖੇਤਰ ਕਿੱਥੇ ਉਤਪੰਨ ਹੁੰਦਾ ਹੈ? ਅਸੀਂ ਦੱਸਣਾ ਹੈ ਕਿਹੜੇ ਖੇਤਰਾਂ ਵਿੱਚ ITCZ ਦਾ ਖੇਤਰ ਬਣਦਾ ਹੈ। ਕਰਕ ਰੇਖਾ ਦੇ ਖੇਤਰ ਵਿੱਚ, ਮਕਰ ਰੇਖਾ ਖੇਤਰ ਵਿੱਚ, ਧਰੁਵਾਂ ਉੱਪਰ ਜਾਂ ਭੂਮੱਧ ਰੇਖੀਏ ਖੇਤਰਾਂ ਵਿੱਚ। ਹਾਂਜੀ ਬੱਚੋ, ਇਸ ਦਾ ਉੱਤਰ ਭੂਮੱਧ ਰੇਖੀਏ ਖੇਤਰਾਂ ਵਿੱਚ ITCZ ਦਾ ਖੇਤਰ ਪੈਦਾ ਹੁੰਦਾ ਹੈ। ਅਸੀਂ ਗੱਲ ਕੀਤੀ ਸੀ ਘੱਟ ਦਬਾਅ ਦੇ ਕਾਰਨ ITCZ ਦੀ ਪੇਟੀ ਦਾ ਨਿਰਮਾਣ ਭੂਮੱਧ ਰੇਖੀ ਖੇਤਰਾਂ ਦੇ ਵਿੱਚ ਹੁੰਦਾ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਐਲ ਨੀਨੋ ਸਮੁੰਦਰੀ ਧਾਰਾ ਕਿੱਥੇ ਵਹਿੰਦੀ ਹੈ? ਹਾਂਜੀ, ਪਹਿਲੀ ਆਪਸ਼ਨ ਅਫਰੀਕਾ ਦੇ ਤੱਟ ਨਾਲ, ਦੂਸਰੀ ਨਿਊਫਾਊਂਡਲੈਂਡ ਤੱਟ ਨਾਲ, ਤੀਸਰੀ ਚਿਲੀ ਦੇ ਤੱਟ ਕੋਲ, ਚੌਥੀ ਆਸਟ੍ਰੇਲੀਆ ਦੇ ਤੱਟ ਕੋਲ। ਹਾਂਜੀ ਬੱਚੋ, ਇਸ ਦਾ ਉੱਤਰ ਹੈ ਐਲ ਨੀਨੋ ਸਮੁੰਦਰੀ ਧਾਰਾ ਚਿਲੀ ਦੇ ਤੱਟ ਕੋਲ ਵਹਿੰਦੀ ਹੈ, ਜਿਸ ਦੇ ਪ੍ਰਭਾਵ ਨਾਲ ਕਈ ਵਾਰ ਮਾਨਸੂਨ ਪੌਣਾ ਭਾਰਤ ਵਿੱਚ ਦੇਰੀ ਨਾਲ ਆਉਂਦੀਆਂ ਹਨ। ਮਾਨਸੂਨੀ ਵਰਖਾ ਦੀ ਕਿਹੜੀ ਕਿਸਮ ਹੈ? ਹਾਂਜੀ ਬੱਚੋ, ਆਪਸ਼ਨਸ ਹਨ ਸੰਵਹਿਨ ਵਰਖਾ ਹੈ, ਚੱਕਰਵਾਤੀ ਵਰਖਾ, ਪਰਬਤੀ ਵਰਖਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ, ਸਾਡਾ ਉੱਤਰ ਕੀ ਹੋ ਸਕਦਾ ਹੈ? ਮਾਨਸੂਨੀ ਵਰਖਾ ਪਰਬਤੀ ਵਰਖਾ ਦੀ ਕਿਸਮ ਹੈ। ਆਪਾਂ ਹੁਣੇ ਇਸ ਚੀਜ਼ ਨੂੰ ਪੜ੍ਹ ਕੇ ਆਏ ਹਾਂ। ਆਓ ਅਗਲਾ ਪ੍ਰਸ਼ਨ ਦੇਖਦੇ ਹਾਂ। ਭਾਰਤੀ ਮਾਨਸੂਨ ਦੀਆਂ ਡੈਸ਼ ਵਿਸ਼ੇਸ਼ਤਾਵਾਂ ਹਨ? ਹਾਂਜੀ, ਕਿਹੜੀ ਵਿਸ਼ੇਸ਼ਤਾਵਾਂ ਪੜ੍ਹੀਆਂ ਆਪਾਂ? ਤੁਹਾਨੂੰ ਯਾਦ ਹਨ? ਆਓ ਦੇਖਦੇ ਹਾਂ। ਭਾਰਤੀ ਮਾਨਸੂਨ ਅਸਥਿਰ ਹੁੰਦਾ ਹੈ, ਅਸਥਿਰਤਾ। ਦੂਸਰੀ ਆਪਸ਼ਨ ਵਰਖਾ ਦੀ ਆਸਮਾਨ ਵੰਡ। ਤੀਸਰਾ ਖੁਸ਼ਕ ਅੰਤਰਾਲ। ਚੌਥਾ ਉਪਰੋਕਤ ਸਾਰੇ। ਹਾਂਜੀ, ਅਸੀਂ ਦੱਸਣਾ ਹੈ ਭਾਰਤੀ ਮਾਨਸੂਨ ਦੀਆਂ ਡੈਸ਼ ਵਿਸ਼ੇਸ਼ਤਾਵਾਂ ਹਨ। ਕਿਹੜੀਆਂ ਹਨ? ਆਓ ਉੱਤਰ ਦੇਖਦੇ ਹਾਂ। ਉਪਰੋਕਤ ਸਾਰੇ ਹੀ ਭਾਰਤੀ ਮਾਨਸੂਨੀ ਦੀਆਂ ਵਿਸ਼ੇਸ਼ਤਾਵਾਂ ਵਿੱਚ ਆਉਂਦੇ ਹਨ। ਆਓ ਬੱਚੋ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਨਮੀ ਨਾਲ ਭਰੀਆਂ ਹਵਾਵਾਂ ਦੇ ਰਸਤੇ ਵਿੱਚ ਰੁਕਾਵਟ ਬਣੇ ਪਰਬਤ ਦੇ ਸਾਹਮਣੇ ਵਾਲੇ ਪਾਸੇ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਪ੍ਰਸ਼ਨ ਤੁਸੀਂ ਸਮਝ ਗਏ ਹੋਵੋਗੇ। ਜਿਸ ਸਮੇਂ ਨਮੀ ਨਾਲ ਭਰੀਆਂ ਹੋਈਆਂ ਪੌਣਾਂ ਪਹਾੜ ਨਾਲ ਆ ਕੇ ਟਕਰਾਉਂਦੀਆਂ ਹਨ ਤੇ ਅਸੀਂ ਉਸ ਸਾਹਮਣੇ ਵਾਲੇ ਪਹਾੜ ਦੇ ਪਾਸੇ ਨੂੰ ਕਿਸ ਨਾਮ ਨਾਲ ਪੁਕਾਰਦੇ ਹਾਂ? ਹਾਂਜੀ ਬੱਚੋ, ਪੌਣ ਮੁਖੀ ਪਾਸਾ, ਪੌਣ ਵਿਮੁਖੀ ਪਾਸਾ, ਵਰਖਾ ਓਹਲਾ ਪਾਸਾ, ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ, ਦੱਸੋਗੇ ਬੱਚੋ ਤੁਸੀਂ? ਇਸ ਦਾ ਉੱਤਰ ਹੈ ਪੌਣ ਮੁਖੀ ਪਾਸਾ।
ਜੋ ਪੌਣ ਦੇ ਹਵਾ ਦੇ ਸਾਹਮਣੇ ਵਾਲਾ ਪਾਸਾ ਹੈ ਉਸ ਨੂੰ ਅਸੀਂ ਪੌਣਮੁਖੀ ਪਾਸੇ ਦੇ ਨਾਮ ਨਾਲ ਜਾਣਦੇ ਹਾਂ। ਅਗਲਾ ਪ੍ਰਸ਼ਨ, ਪਰਬਤ ਦਾ ਉਹ ਪਾਸਾ ਜਿਸ ਪਾਸੇ ਵਰਖਾ ਘੱਟ ਹੁੰਦੀ ਹੈ ਨੂੰ ਡੈਸ਼ ਕਿਹਾ ਜਾਂਦਾ ਹੈ। ਬੱਚੋ ਆਪਸ਼ਨਸ ਨੇ ਪੌਣਮੁਖੀ ਪਾਸਾ, ਮਾਨਸੂਨ ਦਾ ਫਟਣਾ, ਵਰਖਾ ਓਲਾ ਪਾਸਾ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਬੱਚੋ ਇਸ ਦੇ ਵਿੱਚ ਪੁੱਛਿਆ ਗਿਆ ਹੈ ਸਾਹਮਣੇ ਵਾਲੇ ਪਾਸੇ ਵਰਖਾ ਪਹਾੜ ਦੇ ਜ਼ਿਆਦਾ ਹੋ ਜਾਂਦੀ ਹੈ ਤੇ ਦੂਸਰਾ ਵਾਲਾ ਪਾਸਾ ਜਿੱਧਰ ਵਰਖਾ ਘੱਟ ਹੁੰਦੀ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਹਾਂਜੀ, ਇਸ ਦਾ ਉੱਤਰ ਬੱਚੋ ਕੀ ਹੈ? ਵਰਖਾ ਓਲਾ ਪਾਸਾ। ਬੱਚੋ ਇਹਨਾਂ ਨੂੰ ਯਾਦ ਰੱਖਣਾ ਹੈ, ਅਸੀਂ ਪਾਠ ਨੂੰ ਪੜ੍ਹਦੇ ਵੇਲੇ ਇਹਨਾਂ ਬਾਰੇ ਗੱਲ ਕੀਤੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ, ਵਾਪਸ ਮੁੜਦੀਆਂ ਹੋਈਆਂ ਮਾਨਸੂਨ ਪੌਣਾਂ ਰਾਹੀਂ ਭਾਰਤ ਦੇ ਕਿਹੜੇ ਹਿੱਸੇ ਵਿੱਚ ਵਰਖਾ ਹੁੰਦੀ ਹੈ? ਹਾਂਜੀ, ਆਪਸ਼ਨਸ ਦੇਖਦੇ ਹਾਂ। ਪਹਿਲੀ ਆਪਸ਼ਨ ਦੱਖਣੀ ਭਾਰਤ ਵਿੱਚ, ਉੱਤਰੀ ਭਾਰਤ ਵਿੱਚ, ਪੱਛਮੀ ਭਾਰਤ ਵਿੱਚ ਜਾਂ ਪੂਰਬੀ ਭਾਰਤ ਵਿੱਚ। ਹਾਂਜੀ ਬੱਚੋ, ਇਸ ਦਾ ਸਹੀ ਉੱਤਰ ਹੈ ਦੱਖਣੀ ਭਾਰਤ ਵਿੱਚ। ਆਓ ਬੱਚੋ ਅਖੀਰਲਾ ਪ੍ਰਸ਼ਨ ਦੇਖਦੇ ਹਾਂ, ਵਾਪਸ ਮੁੜਦੀਆਂ ਮਾਨਸੂਨ ਪੌਣਾਂ ਰਾਹੀਂ ਚੱਕਰਵਾਤਾਂ ਰਾਹੀਂ ਭਾਰਤ ਕਿੰਨੇ ਪ੍ਰਤੀਸ਼ਤ ਵਰਖਾ ਹੁੰਦੀ ਹੈ? ਫਿਰ ਦੇਖੋ, ਵਾਪਸ ਮੁੜਦੀਆਂ ਮਾਨਸੂਨ ਪੌਣਾਂ ਰਾਹੀਂ ਅਤੇ ਚੱਕਰਵਾਤਾਂ ਰਾਹੀਂ ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਵਰਖਾ ਹੁੰਦੀ ਹੈ? ਅਸੀਂ ਇਸ ਬਾਰੇ ਪਾਠ ਦੇ ਆਰੰਭ ਵਿੱਚ ਪੜ੍ਹਿਆ ਸੀ। ਆਓ ਪ੍ਰਤੀਸ਼ਤ ਦੇਖਦੇ ਹਾਂ। ਪਹਿਲਾ 86%, ਦੂਸਰਾ 13%, ਤੀਸਰਾ 74%, ਚੌਥਾ 20%। ਹਾਂਜੀ ਬੱਚੋ, ਇਸ ਦਾ ਸਹੀ ਉੱਤਰ ਹੈ 13% ਵਰਖਾ ਵਾਪਸ ਮੁੜਦੀਆਂ ਮਾਨਸੂਨ ਪੌਣਾਂ ਰਾਹੀਂ ਅਤੇ ਚੱਕਰਵਾਤਾਂ ਰਾਹੀਂ ਭਾਰਤ ਵਿੱਚ ਹੁੰਦੀ ਹੈ। ਬੱਚੋ, ਤੁਸੀਂ ਇਸ ਕੀਤੇ ਹੋਏ ਕੰਮ ਨੂੰ ਯਾਦ ਰੱਖਣਾ ਹੈ, ਆਪਣੀ ਕਾਪੀ ਵਿੱਚ ਵੀ ਲਿਖਣਾ ਹੈ ਤਾਂ ਜੋ ਪੇਪਰਾਂ ਦੇ ਸਮੇਂ ਇਹਨਾਂ ਪ੍ਰਸ਼ਨਾਂ ਨਾਲ ਤੁਹਾਡੀ ਤਿਆਰੀ ਆਸਾਨੀ ਨਾਲ ਹੋ ਸਕੇ। ਧੰਨਵਾਦ ਬੱਚੋ।